TVN ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਉਣਾ ਹੈ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਅੱਜ ਦਾ ਦਿਨ ਇੱਕ ਵਿਸ਼ੇਸ਼ ਦਿਨ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ, ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਹਾੜਾ। ਕਿਸਾਨ ਏਕਤਾ ਮੋਰਚੇ ਦੇ ਫੇਸਬੁੱਕ ਪੇਜ ਨੂੰ ਦੁਬਾਰਾ ਕਰ ਦਿੱਤਾ ਗਿਆ ਚਾਲੂ। ਕਿਸਾਨ ਸੰਘਰਸ਼ ਹੋਇਆ ਹੋਰ ਤਿੱਖਾ, ਕਿਸਾਨ ਆਗੂਆਂ ਨੇ ਕੀਤੇ ਕੁਝ ਹੋਰ ਅਹਿਮ ਐਲਾਨ। ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲਿਆਂ ਦੇ ਘਰਾਂ ਵਿੱਚ ਵੱਜਣ ਲੱਗੇ ਛਾਪੇ। ਦਿੱਲੀ ਅੰਦੋਲਨ ਤੋਂ ਪਰਤੇ 22 ਸਾਲਾ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ। ਪਹਿਲਾਂ ਕਰਜ਼ੇ ਤੋਂ ਤੰਗ ਪਿਤਾ ਨੇ ਅਤੇ ਹੁਣ ਪੁੱਤਰ ਨੇ ਉਹੀ ਚੁੱਕਿਆ ਕਦਮ। ਸਰੀ ਅਤੇ ਅਮਰੀਕੀ ਸ਼ਹਿਰ ਬੈਲਿੰਗਹਮ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਹੋਈਆਂ ਰੈਲੀਆਂ। ਇਟਲੀ ਵਿੱਚੋਂ ਵੀ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਦੀਆਂ ਖਬਰਾਂ। ਅੰਦੋਲਨ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ। ਦੋਸਤੋ, ਆਹ ਕੁਝ ਖਬਰਾਂ ਨੇ ਜਿਹੜੀਆਂ ਅੱਜ ਅਸੀਂ ਤੁਹਾਡੇ ਰੂਬਰੂ ਕਰਨੀਆਂ ਨੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਪ੍ਰੋਗਰਾਮ ਵਿੱਚ ਗੱਲਬਾਤ ਕੀਤੀ ਜਾਣੀ ਹੈ। ਸੋ ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਫਸੀਲ ਦੇ ਨਾਲ ਗੱਲਬਾਤ ਕਰਾਂ, ਇੱਕ ਤੁਹਾਨੂੰ ਬੇਨਤੀ ਹੈ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਦੇ ਵਿੱਚ ਹੋ ਸਕਦਾ ਕਿ ਅਸੀਂ ਸਾਰੇ ਜਾਣੇ ਉੱਥੇ ਖੁਦ ਜਾ ਕੇ ਸ਼ਾਮਲ ਨਾ ਹੋ ਸਕੀਏ, ਪਰ ਅਸੀਂ ਆਪਣਾ ਫਰਜ਼ ਕਿਵੇਂ ਅਦਾ ਕਰ ਸਕਦੇ ਹਾਂ, ਇਸੇ ਸੰਦਰਭ ਦੇ ਵਿੱਚ ਅੱਜ ਇੱਕ ਕਹਾਣੀ ਅਸੀਂ ਤੁਹਾਡੇ ਵਾਸਤੇ ਸਾਡੇ ਇਸੇ ਚੈਨਲ ਤੇ ਪੋਸਟ ਕੀਤੀ ਹੈ। ਅੰਨਦਾਤਾ ਅਸੀਂ ਹੁਣ ਨਹੀਂ ਹਾਰਦੇ। ਜੇ ਜੰਗ ਜਿੱਤਣੀ ਚਾਹੁੰਦੇ ਹਾਂ ਤਾਂ ਸਾਡੇ ਫਰਜ਼ ਨੇ ਇਸ ਅੰਦੋਲਨ ਦੇ ਪ੍ਰਤੀ। ਉਸੇ ਚੀਜ਼ ਨੂੰ ਆਧਾਰ ਬਣਾ ਕੇ ਝੱਲਾ ਡਾਡਮਾ ਵਾਲੇ ਦੀ ਕਹਾਣੀ ਅਸੀਂ ਪੇਸ਼ ਕੀਤੀ ਹੈ। ਜ਼ਰੂਰ ਵੇਖਿਓ। ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਆਪਣੇ ਤਰੀਕੇ ਨਾਲ ਕਿਵੇਂ ਪਾਇਆ ਜਾ ਸਕਦਾ, ਉਹ ਕਹਾਣੀ ਤੁਹਾਨੂੰ ਸੇਧ ਦੇ ਸਕਦੀ ਹੈ। ਜੇ ਫਿਰ ਉਹ ਸੁਣਨ ਦੇਖਣ ਤੋਂ ਬਾਅਦ ਕਹਾਣੀ ਚੰਗੀ ਲੱਗੀ, ਸ਼ੇਅਰ ਜ਼ਰੂਰ ਕਰ ਦਿਓ, ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਚੱਲਦੇ ਹਾਂ ਆਪਾਂ ਖਬਰਾਂ ਵੱਲ। ਦੁਨੀਆ ਭਰ ਦੇ ਵਿੱਚ 20 ਦਸੰਬਰ ਨੂੰ ਹਰੇਕ ਵਰੇ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਹਾੜਾ ਮਨਾਇਆ ਜਾਂਦਾ ਹੈ। ਸੋ ਇਹ ਦਿਹਾੜਾ ਕਿਉਂ ਮਨਾਇਆ ਜਾਂਦਾ ਹੈ, ਇਸ ਸੰਦਰਭ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਅਸਲ ਵਿੱਚ ਸੰਯੁਕਤ ਰਾਸ਼ਟਰ ਨੇ ਵਿਭਿੰਨਤਾ ਵਿੱਚ ਏਕਤਾ ਦੀ ਮਹੱਤਤਾ ਨੂੰ ਸਮਝਾਉਣ ਦੇ ਵਾਸਤੇ 22 ਦਸੰਬਰ ਤੇ ਸਾਲ 2005 ਨੂੰ ਇਹ ਦਿਹਾੜਾ ਮਨਾਉਣ ਦਾ ਐਲਾਨ ਕਰ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹਰੇਕ ਵਰੇ 20 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਵਸ ਮਨਾਇਆ ਜਾ ਰਿਹਾ ਹੈ। ਤੇ ਇਸ ਦਿਨ ਦਾ ਫਿਰ ਇਤਿਹਾਸ ਕੀ ਹੈ ਦੋਸਤੋ? ਸਭ ਤੋਂ ਪਹਿਲਾਂ 20 ਦਸੰਬਰ ਤੇ 2002 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਸੰਕਲਪ ਲਿਆ ਸੀ 57-265 ਦੇ ਤਹਿਤ ਵਿਸ਼ਵ ਇਕਜੁੱਟਤਾ ਫੰਡ ਦੀ ਸਥਾਪਨਾ ਵੀ ਕੀਤੀ, ਜਿਸ ਨੂੰ ਫਰਵਰੀ 2003 ਵਿੱਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਲਈ ਟਰਸਟ ਫੰਡ ਦੇ ਰੂਪ ਵਿੱਚ ਫਿਰ ਸਥਾਪਿਤ ਵੀ ਕਰ ਦਿੱਤਾ ਗਿਆ। ਫੰਡ ਦਾ ਦਰਅਸਲ ਉਦੇਸ਼ ਗਰੀਬੀ ਦੇ ਉੱਤੇ ਲਗਾਮ ਪਾਉਣਾ, ਵਿਕਾਸ ਕਰ ਰਹੇ ਮੁਲਕਾਂ ਵਿੱਚ ਮਨੁੱਖੀ ਅਤੇ ਸਮਾਜਿਕ ਵਿਕਾਸ ਨੂੰ ਬੜਾਵਾ ਦੇਣਾ। ਇਸ ਦਿਨ ਦਾ ਮਹੱਤਵ ਸੰਯੁਕਤ ਰਾਸ਼ਟਰ ਦੇ ਮੁਤਾਬਕ ਅੰਤਰਰਾਸ਼ਟਰੀ ਮਨੁੱਖੀ ਇਕਜੁੱਟਤਾ ਦਿਹਾੜੇ ਦੇ ਉਦੇਸ਼ ਦੇ ਤਹਿਤ ਮਨਾਇਆ ਜਾਣ ਲੱਗਿਆ। ਤੇ ਇਹਦੇ ਫਿਰ ਉਦੇਸ਼ ਦਰਅਸਲ ਵਿੱਚ ਸੀ ਕੀ? ਸਭ ਤੋਂ ਪਹਿਲੀ ਗੱਲ, ਅਨੇਕਤਾ 'ਚ ਏਕਤਾ ਦਰਸਾਉਣਾ, ਭਾਵ ਵਿਭਿੰਨਤਾ ਦੇ ਵਿੱਚ ਏਕਤਾ ਦਰਸਾਉਣਾ। ਵਿਭਿੰਨ ਸਰਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਹੋਏ ਸਮਝੌਤਿਆਂ ਨੂੰ ਯਾਦ ਕਰਾਉਣਾ, ਲੋਕਾਂ ਦੇ ਵਿੱਚ ਇਕਜੁੱਟਤਾ ਦੇ ਮਹੱਤਵ ਨੂੰ ਦਰਸਾਉਣਾ, ਲਗਾਤਾਰ ਵਿਕਾਸ ਦੇ ਲਈ ਲੋਕਾਂ ਨੂੰ ਅਤੇ ਸਰਕਾਰਾਂ ਨੂੰ ਪ੍ਰੇਰਿਤ ਕਰਦੇ ਰਹਿਣਾ, ਗਰੀਬੀ ਦੇ ਖਾਤਮੇ ਲਈ ਨਵੇਂ-ਨਵੇਂ ਰਸਤੇ ਲੱਭਣਾ, ਲੋਕਾਂ ਨੂੰ ਗਰੀਬੀ, ਭੁੱਖਮਰੀ, ਬਿਮਾਰੀਆਂ ਦੇ ਕਹਿਰ ਵਿੱਚੋਂ ਬਾਹਰ ਕੱਢਣ ਆਦਿ ਦੇ ਯਤਨ ਕਰਨੇ। ਹੁਣ ਯੂਨਾਈਟਿਡ ਨੇਸ਼ਨ ਦਾ ਕਹਿਣਾ ਹੈ ਕਿ ਇਕਜੁੱਟਤਾ ਦੀ ਧਾਰਨਾ ਹਮੇਸ਼ਾ ਤੋਂ ਸੰਗਠਨ ਦਾ ਇੱਕ ਫੈਸਲਾਕੁਨ ਹਿੱਸਾ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਕ ਸੰਯੁਕਤ ਰਾਸ਼ਟਰ ਦੇ ਨਿਰਮਾਣ ਨੇ ਵਿਸ਼ਵ ਦੇ ਲੋਕਾਂ ਤੇ ਰਾਸ਼ਟਰਾਂ ਨੂੰ ਇਕੱਠਿਆਂ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਆਕਰਸ਼ਿਤ ਕੀਤਾ ਹੈ। ਇਸ ਸੰਗਠਨ ਦੀ ਸਥਾਪਨਾ ਆਪਣੇ ਮੈਂਬਰਾਂ ਦੇ ਵਿੱਚ ਏਕਤਾ ਅਤੇ ਸਦਭਾਵਨਾ ਦੇ ਮੂਲ ਰੂਪ ਦੇ ਆਧਾਰ ਵਿੱਚ ਕੀਤੀ ਗਈ, ਜੋ ਕਿ ਸਮੂਹਕ ਸੁਰੱਖਿਆ ਦੀ ਧਾਰਨਾ ਦੇ ਵਿੱਚ ਹਾਜ਼ਰ ਹੈ, ਜੋ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਬਣਾ ਕੇ ਰੱਖਣ ਲਈ ਆਪਣੇ ਮੈਂਬਰਾਂ ਦੀ ਇਕਜੁੱਟਤਾ ਤੇ ਨਿਰਭਰ ਕਰਦੀ ਹੈ। ਅੰਤਰਰਾਸ਼ਟਰੀ ਮਨੁੱਖੀ ਇਕਜੁੱਟਤਾ ਦਿਵਸ ਲਗਾਤਾਰ ਵਿਕਾਸ ਏਜੰਡੇ ਤੇ ਆਧਾਰਿਤ ਹੈ, ਜੋ ਆਪਣੇ ਆਪ ਦੇ ਵਿੱਚ ਗਰੀਬੀ, ਭੁੱਖਮਰੀ ਅਤੇ ਹੋਰ ਕਈ ਬਿਮਾਰੀਆਂ ਵਰਗੇ ਪਹਿਲੂਆਂ ਵਿੱਚੋਂ ਦੁਨੀਆ ਦੇ ਲੋਕਾਂ ਨੂੰ ਬਾਹਰ ਕੱਢਣ ਦੇ ਉੱਤੇ ਕੇਂਦਰਿਤ ਹੈ। ਮਲੇਰੀਅਮ ਡੈਕਲੇਰੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ
एकजुटता ਨੂੰ 21ਵੀਂ ਸਦੀ ਵਿੱਚ ਅੰਤਰਰਾਸ਼ਟਰੀ ਸੰਬੰਧਾਂ ਦੇ ਬੁਨਿਆਦੀ ਕਦਰਾਂ ਕੀਮਤਾਂ ਦੇ ਵਿੱਚੋਂ ਇੱਕ ਅਹਿਮ ਮੰਨਿਆ ਜਾਂਦਾ ਹੈ, ਜਿਸ ਦੇ ਤਹਿਤ ਘੱਟੋ ਘੱਟ ਲਾਭ ਲੈਣ ਵਾਲੇ ਅਤੇ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਲੋਕ ਉਹਨਾਂ ਲੋਕਾਂ ਦੀ ਮਦਦ ਦੇ ਯੋਗ ਹੁੰਦੇ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਲਾਭ ਮਿਲ ਰਿਹਾ ਹੁੰਦਾ ਹੈ। ਸੋ ਅੱਜ ਦਾ ਦਿਨ ਇੱਕ ਉਚੇਚੇ ਤੌਰ ਤੇ ਸੰਯੁਕਤ ਰਾਸ਼ਟਰ ਦੇ ਵਜੋਂ ਦੁਨੀਆ ਪੱਧਰ ਦੇ ਵਿੱਚ ਇਸ ਸੰਕਲਪ ਨੂੰ ਮੁੱਖ ਰੱਖ ਕੇ ਮਨਾਇਆ ਜਾਂਦਾ ਹੈ। ਸੋ ਸਿਰਫ ਤੇ ਸਿਰਫ ਲੋਕਾਂ ਨੂੰ, ਸਰਕਾਰਾਂ ਨੂੰ ਯਾਦ ਕਰਵਾਉਣਾ ਕਿ ਇਕਜੁੱਟ ਰਹੀਏ। ਹੁਣ ਜਦੋਂ ਇਹ ਸੰਕਲਪ ਦਿਹਾੜਾ ਵੀ 20 ਦਸੰਬਰ ਨੂੰ ਹਰ ਵਾਰੀ ਮਨਾਇਆ ਜਾ ਰਿਹਾ ਹੈ ਤੇ ਹੁਣ ਦੂਸਰੇ ਪਾਸੇ ਕਿਸਾਨ ਸੰਘਰਸ਼ ਚੱਲ ਰਿਹਾ ਹੈ। ਸੋ ਕੱਲ ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਸਾਨੂੰ ਇੱਕ ਫਿਰ ਤੋਂ ਪੈਗਾਮ ਦੇ ਰਹੀ ਹੈ ਕਿ ਮਨੁੱਖੀ ਹੱਕਾਂ ਦੇ ਵਾਸਤੇ ਜੂਝਣਾ ਕਿਵੇਂ ਹੈ। ਤੇ ਆ ਜਿਹੜਾ ਮਨੁੱਖੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਵੱਲੋਂ एकजुटता दिहाड़ा मनाया जा रहा है, ये भी सानू फिर संदेश दे रहा है कि इस वक्त निक्कियां निक्कियां जिहड़ियां साडीआं गल्लां ने जिहड़ी विवाद का कारण बनदियां ने, जिवें ट्राली टाइम्स की भी गल कीती सी कि भावें कुछ भी होवे इस वक्त बेलोड़े विवादां तो बचण दी सानू बहुत जरूरत है। सो आओ हुण आपां चलदे हां कि IT सैल किसान एकता मोर्चा एक फेसबुक ते इंस्टा का पेज बनाया गया सी, पर पता लग्या सी देखो किन्नियां क शिकायतां उहदे खिलाफ कीतियां गईयां होणगीਆਂ कि वो पेज डिलीट कर दिता गया सी ते नज़र नहीं सी आउंदा, डिसअपीयर हो गया सी। हुण खेती कानूनां दे खिलाफ लगातार रोस मुजाहरा प्रचंड हो रहा है ते किसानां दे वल्लों चलाया जा रहा सी फेसबुक ते इंस्टाग्राम ते अज जानकारी मिल रही सी कि ब्लॉक कर दिता गया ते हुण जानकारी मिल रही है कुछ समा पहलां चला भी दिता गया। किसान एकता मोर्चा के नाम हेठ चलाए जा रहे पेजां दे मैनेजरां ने कहा है कि उन्होंने जिन्ने भी फॉलोअर सन फेसबुक ने उन्हों का एक्सैस ब्लॉक कर दिता सी। फेसबुक वालों पोस्ट सुनेहे विच कहा गया सी कि यह पेज प्लेटफॉर्म के भाईचारक म्यारां उत्ते खरा नहीं उतरदा। दसना बनता कि इंस्टाग्राम की मालक कंपनी भी दरअसल फेसबुक है। हुण मोर्चे के इंस्टाग्राम पेज उत्ते नवीं पोस्टां पाउणियां ब्लॉक कर दित्तियां गईयां सी, पर बाद दे विच यह अकाउंट भी चल गया अते फेसबुक पेज भी बंद कर दिता गया सी, पर हुण ये पेज भी चालू हो गया। पर हुण तुसीं देखो कि कुछियां चालां जां इस संघर्ष के उत्ते हमले किस कदर किए जा रहे हैं। इहदा मतलब सानू आ निक्के निक्के बेलोड़े विवाद पासे रखने होणगे। सानू देखना चाहिए कि साडी लड़ाई किहदे नाल है ते लड़ाई है काहदे वास्ते। ये दोए गल्लां जेकर सानू समझ आ गईयां फिर मोर्चा फतेह हो सकदा है कि साडी लड़ाई किहदे नाल है ते लड़ाई काहदे वास्ते है। अपने हक्कां दे वास्ते लड़ाई है ते दूसरे पासे केंद्र सरकार वल्लों बनाए कानूनां के खिलाफ लड़ाई है, हक्कां की लड़ाई है। सो हुण जदों IT सैल उन्हां दा भी सरगर्म है, तुहानूं पता कि पेड़ लोग ने पर असीं पेड़ नहीं, असीं अपने भविख की लड़ाई लड़ रहे हैं। सो निक्कियां निक्कियां गल्लां तो पासे होके ध्यान केंद्रित मोर्चे ते करिए। ते अज किसान संघर्ष होर तिखे होण दीयां खबरां मिलीਆਂ ने ते अज किसानां ने, किसान आगूआं ने इस प्रदर्शन वाले थां दे उत्ते ही एक दिना लड़ीवार भुख हड़ताल रखण दा ऐलान कीता है। इस तो इलावा 25 तो 27 दसंबर तक हरियाणे के टोल प्लाजिਆਂ ਨੂੰ टोल तो मुक्त रखने का ऐलान किया है। ਸਿੰਘੂ बैरीयर से एक पत्रकार सम्मेलन किया गया, उसनों संबोधन करदिआं स्वराज इंडिया के मुखी योगेंद्र यादव ने यह जानकारी दिंदिआं दस्सिआ कि सोमवार ਨੂੰ होण वाली एक दिना भुख हड़ताल की शुरुआत इत्थे किसानां दी 11 मैंबरी टीम करेगी। योगेंद्र यादव ने देश भर के आम लोगों को भी अपील की है कि वो एक दिन भुख हड़ताल रख के किसानों दी मंगां की हमायत करन। किसान आगू जगजीत सिंह डल्लेवाल ने भी कहा है कि किसानों के अगले एक्शन की जानकारी जिहड़ी असीं तुहानूं दे रहे हैं वो 25 तो 27 दसंबर तक हरियाणे के हाईवे ते स्थित टोल प्लाजे मुक्त रहणगे। पत्रकार सम्मेलन में मौजूद किसान आगू राकेश टकैत ने कहा कि 23 दसंबर नूं लोक किसान दिवस मनाउण अते उस दिन दोपहर का खाना ना बनाउण। 26 ਅਤੇ 27 ਦਸੰਬਰ ਨੂੰ देश भर में किसान जथेबंदियां NDA के भाईवालों के आगुआं के घरां का घेराव करनगियां अते उन्हां नूं मंग पत्तर सौंपे जाणगे। ये मंग पत्तर केंद्र सरकार वालों लिआंदे गए आ काले कानून रद्द करवाउण दे संबंध विच होणगे। किसानां ने केंद्र सरकार वालों आड़तियां अते गायकां के घरां ते इनकम टैक्स के छापे मरवा के दबाव बनाउण दे यत्नां दी भी जोरदार निखेधी कीती है। 27 दसंबर नूं प्रधानमंत्री ये भी कहा कि जिन्ना चिर मन की बात करन उन्नी देर तक समुचे भारत के लोग थालियां खड़का के उन्हां दी विरोधता करन।
ਹੁਣ ਤੁਸੀਂ देखो कि ਪਹਿਲਾਂ ਅੱਜ तक जिन्नी वारी प्रधान मंत्री मन की बात सुणाਉਂਦੇ ਰਿਹਾ लोग टिक के सुनते रहे है, पर अक के आ फैसला अज अंदोलन विच कीता गया कि जदों वो अपनी मन की बात सुणाउणगे तुसीं सुणनी नहीं, तुसीं थालियां खड़काउणीਆਂ ने। ते हुण आ जिहड़ी जिक्र इस प्रैस कॉन्फ्रेंस दे विच कीता गया कि अंदोलन का समर्थन करने वालों के घरों में छापे वज रहे हैं, जानकारी मिल रही है कि आड़तीआ भाईचारा भी, गायक भाईचारा भी समर्थन कर रहा है। तो पंजाब के आड़ती इनकम टैक्स हुण इन्हां दे विभाग के निशाने ते आ गया है। आ बीते शनिवार नूं पंजाब के ਵੱਖੋ-ਵੱਖ ਜ਼ਿਲ੍ਹਿਆਂ ਦੇ ਵਿੱਚ ਆੜਤੀਆਂ ਦੇ ਘਰਾਂ ਅਤੇ ਕਾਰੋਬਾਰੀ ਸਥਾਨਾਂ ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਅਤੇ ਕੁਝ ਦਸਤਾਵੇਜ਼ ਕਬਜ਼ੇ ਵਿੱਚ ਵੀ ਲਏ ਹੈ। इन्हां छापियां संबंधी लोगों के विच चर्चा यह है कि यह कार्रवाई सरकार वालों आड़ती वर्ग नूं खेती कानूनों के विरोध में बोलण तो रोकण वास्ते की गई है। फैडरेशन ऑफ आड़तीआ एसोसीएशन पंजाब के प्रधान ਅਤੇ पंजाब मंडी बोर्ड के वाइस चेयरमैन ने विजय कालड़ा, उन्होंने मखू के विच अपने घर के विच CRPF के सुरक्षा दस्तिਆਂ की सहायता नाल बीते शनिवार सवेरे वड्डे तड़के 2 बजे इनकम टैक्स के डिप्टी डायरैक्टर ਅਤੇ जॉइंट डायरैक्टर की अगवाई में छापा मारन की जानकारी दी है। इस तो इलावा आमदन कर विभाग लुधियाना की टीम ने नवां शहर के आड़तीआ एसोसीएशन के प्रधान ਅਤੇ अकाली लीडर ने मनजिंदर सिंह वालिया के घरे भी ਅਤੇ उन्होंने कारोबारी टिकाणियां ते उन्होंने वैलकम होटल ते दाणा मंडी में स्थित आड़ती दुकान से भी रेड की है ਅਤੇ कुछ रिकॉर्ड कब्जे में लैण ਦੀਆਂ खबरां ने। इस संबंधी विजय कालड़ा का कहना है कि इस रेड तो यह गल सामने आई है कि मोदी सरकार के खिलाफ आवाज़ चुकने वाले आगुआं नूं उलझाया जा रहा है, उन्होंने डराया जा रहा है। उन्होंने का कहना सी कि अजिहे संघर्षां की अगवाई करने वाले आगू किसी भी तरीके नाल दबाए नहीं जा सकणगे। हुण इनकम टैक्स की रेड के बाद आड़तियां ने भी फिर वड्डा ऐलान कर दिता, क्योंकि जैसे को तैसा है। इस संबंधी आड़ती एसोसीएशन के वल्लों 22 दसंबर तो 25 दसंबर तक पंजाब दीआं मंडियां बंद करने का ऐलान कर दिता है। जानकारी मुताबक आड़तियां वल्लों 5 मैंबरी कमेटी 32 किसान जथेबंदियां दे नाल कल तो दिल्ली दे विच मीटिंग करूगी। जदों भी इनकम टैक्स की कहते रेड होवेगी तो मौके ते ही इनकम टैक्स टीम का असीं घराओ करांगे। हुण आड़तीआ एसोसीएशन पहलां तां सिर्फ किसानां दा समर्थन कर रही सी, हुण कहंदे असीं इस हद तक भी आवांगे। दसना बनता कि दिल्ली च अंदोलन कर रहे किसानों को समर्थन देने वाले पंजाब के आड़तीए इनकम टैक्स विभाग के निशाने ते आ गए है। आ ਵੱਖੋ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖੋ-ਵੱਖ ਆੜਤੀਆਂ ਦੇ ਵੱਖੋ-ਵੱਖ ਕਾਰੋਬਾਰੀਆਂ ਦੇ ਘਰਾਂ ਤੇ ਵੀ ਤੇ ਉਹਨਾਂ ਦੇ ਕਾਰੋਬਾਰ ਵਾਲੇ ਸਥਾਨਾਂ ਦੇ ਉੱਤੇ ਵੀ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਹੈ ਤੇ ਕੁਝ ਇੱਕ ਦਸਤਾਵੇਜ਼ ਚੁੱਕ ਕੇ ਲੈ ਗਏ ਹੈ ਅਤੇ ਆੜਤੀਏ ਵਰਗ ਨੂੰ ਲਗਭਗ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਇਸ ਸੰਘਰਸ਼ ਦਾ ਸਮਰਥਨ ਨਾ ਕਰੋ। ਤੇ दूसरे पासे भारतीय किसान यूनियन के प्रधान ने एकता उगराहां के जोगिंदर सिंह उगराहां, उन्होंने जनरल सकत्तर सुखदेव सिंह कोकरी कला ने विदेशी फंड रेगूलेशन एक्ट FCRA की आड़ च किसान जथेबंदी को परेशान किए जाने की निखेधी की है। उन्होंने कहा कि सरकार किसान अंदोलन को ठिब्बी लाने वास्ते हर हरबा वरत रही है। उगराहां ने कहा कि IT विभाग वालों आड़तियों को निशाना बनाया जा रहा है, क्योंकि वो किसानी संघर्ष की हमायत में खड़ गए तो साडी किसान जथेबंदी वड्डी जथेबंदी होने कारण केंद्र सानू भी निशाना बना रही है। उन्होंने कहा कि यूनीयन को FCRA तहत भेजे नोटिसां की मैं पुष्टि करता। तुहानू याद करवाइए कि पहला तो नैशनल मीडिया इस तरह दी खबरों की जानकारी दिंदा सी, पर जिहड़ी आ गल आड़तियां दे घरां ते गायकां दे घरां ते जां भारतीय किसान यूनीयन एकता उगराहां वाले जिस गल की पुष्टि कर रहे, जिहड़ी खबर तुहाडे नाल साझी कीती सी कि जिहड़ा विदेशों दे विचों फंड जा रहा है ਉਹਨੂੰ ਲੈ ਕੇ ਬੈਂਕਾਂ ਨੇ ਇਹਨਾਂ ਨੂੰ ਦੱਸ ਦਿੱਤਾ ਕਿ ਤੁਹਾਡੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹੁਣ ਤੁਸੀਂ ਦੇਖੋ ਕਿ ਕਿੰਨੇ ਪਾਸਿਓਂ ਲਗਾਤਾਰ ਹਮਲਿਆਂ ਦੀਆਂ ਖਬਰਾਂ ਨੇ। ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਫੇਸਬੁੱਕ ਪੇਜ ਬਲੌਕ ਕਰ ਦਿੱਤਾ, ਇੰਸਟਾ ਦੇ ਉੱਤੇ ਪੋਸਟਾਂ ਪਾਉਣੀਆਂ ਬਲੌਕ ਕਰ ਦਿੱਤੀਆਂ, ਆੜਤੀਆਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਹੋਣ ਲੱਗੀ, ਗਾਇਕਾਂ ਨੂੰ ਧਮਕੀਆਂ ਨੇ ਤੇ ਨਾਲ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਮਿਲੇ ਫੰਡ ਦੇ ਉੱਤੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ। सो आने वाले दिनों के होर सतर्क होने की जरूरत है, जागरूक होने की जरूरत है। तो हुण गल करिए नैशनल मीडिया की। तुहानूं पता है कि पहलां तो इस किसान अंदोलन की नैशनल मीडिया कवरेज करना जरूरी नहीं सी समझदा। उन्होंने सुशांत कुमार राजपूत हाले तक दिखी जाता है, जां उन्होंने कंगना दिखी जाती है,
ਜਾਂ ਭਾਰਤੀ ਸਿੰਘ ਨਜ਼ਰ ਆਈ ਜਾਂਦੀ ਹੈ, ਜਾਂ ਉਹਨਾਂ ਨੂੰ ਇਹ ਨਜ਼ਰ ਆਈ ਜਾਂਦਾ ਹੈ ਕਿ ਭਾਈ ਅਮਿਤਾਭ ਬੱਚਨ ਨੂੰ ਉਹਨਾਂ ਦੇ ਪਰਿਵਾਰ ਨੂੰ ਕਰੋਨਾ ਹੋ ਗਿਆ। ਸੋ ਇਹ ਗੱਲਾਂ ਤਾਂ ਨਜ਼ਰ ਆਉਂਦੀਆਂ ਸੀ, ਪਰ ਉਹਨਾਂ ਨੂੰ ਕਿਸਾਨ ਸੰਘਰਸ਼ ਕਰ ਰਹੇ ਨਾ ਪੰਜਾਬ 'ਚ ਨਜ਼ਰ ਆਏ ਤੇ ਨਾ ਹੁਣ ਦਿੱਲੀ 'ਚ ਨਜ਼ਰ ਆਏ ਨੇ। ਜੇ ਆਉਂਦੇ ਆ ਤਾਂ ਕਰਦੇ ਕੀ ਹੈ? ਮੇਰੇ ਵਰਗੇ ਬੂਝੜ ਦੇ ਬੰਦੇ ਦੇ ਮੂੰਹ 'ਚ ਮਾਈਕ ਤੁੰਨ ਕੇ ਕਹਿਣਗੇ ਦੱਸੋ ਇਹ ਕਾਨੂੰਨ ਕੀ ਨੇ। ਇਹ ਜ਼ਰੂਰੀ ਥੋੜੀ ਹੈ ਕਿ ਉਹ PhD ਕਰਕੇ ਗਿਆ ਹੁਣ ਉਹ ਕਾਨੂੰਨ ਘਾੜੇ ਹੋਣ, ਉਹਨਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਹੋਵੇ। ਪਰ ਇੰਨੀ ਜਾਣਕਾਰੀ ਉਹਨਾਂ ਨੂੰ ਜ਼ਰੂਰ ਹੈ ਕਿ ਅਸੀਂ ਆਪਣੇ ਹੱਕ ਤੇ ਨਹੀਂ ਡਾਕਾ ਪੈਣ ਦੇਣਾ, ਅਸੀਂ ਆਪਣੀ ਜ਼ਮੀਨ ਨਹੀਂ ਜਾਣ ਦੇਣੀ। ਪਰ ਜੈਸੇ ਕੋ ਤੈਸਾ, ਬੜੀ ਜਲਦੀ ਕਈ ਵਾਰੀ ਜਵਾਬ ਟਿਟ ਫॉर ਟੈਟ ਹੋ ਜਾਂਦਾ ਹੈ। ਆ ਬੀਤੇ ਦਿਨੀ ਹਰਿਆਣਾ ਦੇ ਵਿੱਚ SYL ਜਿਹੜੀ ਨਹਿਰ ਹੈ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀਆਂ ਨੂੰ ਲੈ ਕੇ ਭਾਜਪਾ ਦਾ ਸਮਰਥਨ ਕਰਨ ਵਾਲੇ ਕੁਝ ਲੋਕਾਂ ਨੇ ਤੇ ਕੁਝ ਆਗੂਆਂ ਨੇ ਇਸ ਗੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਭੁੱਖ ਹੜਤਾਲ ਇੱਕ ਦਿਨ ਦੀ ਕੀਤੀ ਕਿ ਸਾਨੂੰ SYL ਦੇ ਰਾਹੀਂ ਪਾਣੀ ਮਿਲਣਾ ਚਾਹੀਦਾ। ਤੁਸੀਂ ਦੇਖੋ ਕਿ ਸਮਾਂ ਕੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਸ ਵਕਤ ਹਰਿਆਣੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਏਕਤਾ ਹੋ ਰਹੀ ਹੈ ਇਹ ਚੰਗੀ ਨਹੀਂ, ਇਹ ਉਹਨਾਂ ਨੂੰ ਦਰਦ ਕਰ ਰਹੀ ਸੀ। ਹੁਣ ਕੰਗਣਾ ਨੇ ਇੱਕ ਦਿਨ ਲਿਖਿਆ ਸੀ ਕਿ ਇਹ ਲੋਕ ਪੈਸਾ ਲੈ ਕੇ 100 ਰੁਪਈਆ ਲੈ ਕੇ ਇਸ ਧਰਨੇ 'ਚ ਆਉਂਦੇ ਆ। ਆਹ ਗੱਲ ਹੁਣ ਸਾਹਮਣੇ ਆ ਗਈ। ਉਹਦੇ ਵਿੱਚ ਤਾਂ ਹਾਲੇ ਤੱਕ ਕਿਸੇ ਨੂੰ ਆਇਡੈਂਟੀਫਾਈ ਨਹੀਂ ਕਰ ਸਕੇ ਕਿ ਕੋਈ ਬੰਦਾ ਪੈਸੇ ਲੈ ਕੇ ਆਇਆ ਹੋਵੇ। ਲੋਕ ਤਾਂ ਪਿੰਡੋਂ ਪਿੰਡੀ ਸੂਚੀਆਂ ਬਣਾ ਰਹੇ ਨੇ, ਮੈਂ ਜਾਣਾ ਮੈਂ ਜਾਣਾ ਮੈਂ ਜਾਣਾ। ਪਰ ਆਹ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਅਸੀਂ ਉਸ ਚੈਨਲ ਵਾਲਿਆਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਹੈ ਤੇ ਉਹਨਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨੂੰ ਵੱਡੇ ਪੱਧਰ ਤੇ ਵਾਇਰਲ ਕਰ ਦਿੱਤਾ। पानी के लिए कौन से पानी के लिए? गंगा वाटर गंगा वाटर के लिए यहाँ पर बैठे हैं। आपका क्या नाम है? आप यहाँ उपवास में बैठे हैं? पिंकी किस लिए बैठे हैं उपवास पर? SYL पानी के लिए। क्या ये SYL का मुद्दा आपको पता है क्या है? मैम ये जो घर में पानी आता है सरकारी वो हम लोगों को नहीं मिला अभी तक। हम लोग बहुत सरकारी पानी आपको नहीं मिला है अभी तक। अगर SYL हो जाता है तो आपके घरों में पानी आएगा? जी। कहाँ रहते हैं आप? शिव दुर्गा विहार लक्करपुर फरीदाबाद। आपका क्या नाम है? कौशल्या। हाँ जी, कौशल्या। आप कहाँ से आए हैं? फरीदाबाद लक्करपुर। क्या है ये SYL का मुद्दा? 44 सालों से लगातार चला आ रहा है। हाँ, पानी चाहिए पानी। कौन सा पानी चाहिए? SYL का। क्या है SYL? सरकारी पानी। कौन सा सरकारी पानी जो आपके टंकियों से घर में आता है, पाइपलाइन से आता है? नहीं, मेन लाइन पे। मेन लाइन। ਤੁਸੀਂ ਦੇਖੋ ਕਿ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਇਸ ਧਰਨੇ ਤੇ ਕੀ ਕਰਨ ਆਏ ਹੋ। SYL ਦੇ ਪਾਣੀ ਦੀ ਗੱਲ ਕਰ ਰਹੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੰਗਾ ਦੇ ਪਾਣੀ ਦੀ ਗੱਲ ਹੋ ਰਹੀ ਹੈ ਜਾਂ SYL ਕੀ ਹੈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਘਰਾਂ ਦੇ ਵਿੱਚ ਆਉਣ ਵਾਲੇ ਪਾਣੀ ਦੀ ਟੈਂਕੀਆਂ ਦੀ ਗੱਲ ਹੈ ਜਾਂ ਕੋਈ ਗੱਲ ਹੋਰ ਹੈ। ਤੁਸੀਂ ਦੇਖੋ ਕਿ ਬਿੱਲੀ ਥੱਲੇ ਕਿਵੇਂ ਬਾਹਰ ਆਈ ਹੈ। ਤੁਸੀਂ ਵੀਡੀਓ ਦੇਖ ਕੇ ਖੁਦ ਹੈਰਾਨ ਹੋਵੋਗੇ। ਅਗਲੀ ਗੱਲ ਬੜੀ ਮੰਦਭਾਗੀ ਖਬਰ ਹੈ। ਬੀਤੇ ਕਈ ਦਿਨਾਂ ਤੋਂ ਲਗਾਤਾਰ ਇਹ ਮਾੜੀਆਂ ਖਬਰਾਂ ਮਿਲ ਰਹੀਆਂ ਨੇ। ਹੁਣ ਆ ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਐਨ ਸਿਖਰਾਂ ਤੇ ਚੱਲ ਰਿਹਾ ਹੈ। ਇਸੇ ਦਰਮਿਆਨ ਲਗਭਗ ਰੋਜ਼ਾਨਾ ਇੱਕ ਅੱਧੀ ਮੰਦੀ ਖਬਰ ਵੀ ਸਾਹਮਣੇ ਆਉਂਦੀ ਹੈ। ਜਾਣਕਾਰੀ ਮਿਲ ਰਹੀ ਹੈ ਕਿ 22 ਵਰਿਆਂ ਦਾ ਇੱਕ ਕਿਸਾਨ ਨੌਜਵਾਨ ਤੇ ਕੌਮੀ ਪੱਧਰ ਰੱਸਾਕਸ਼ੀ ਦਾ ਖਿਡਾਰੀ ਉਹਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਭਗਤਾ ਭਾਈਕਾ ਦੇ ਨੇੜੇ ਪੈਂਦੇ ਪਿੰਡ ਦਿਆਲਪੁਰਾ ਮਿਰਜ਼ਾ ਦੀ ਹੈ, ਜਿੱਥੋਂ ਦੇ 22 ਵਰਿਆਂ ਦੇ ਨੌਜਵਾਨ ਕਿਸਾਨ ਗੁਰਲਾਬ ਸਿੰਘ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਗੁਰਲਾਬ ਸਿੰਘ ਲਗਭਗ 2 ਦਿਨ ਪਹਿਲਾਂ ਹੀ 18 ਤਰੀਕ ਨੂੰ ਦਿੱਲੀ ਤੋਂ ਸੰਘਰਸ਼ ਕਰਕੇ ਆਪਣੇ ਪਿੰਡ ਪਰਤਿਆ ਸੀ ਤੇ ਪਰੇਸ਼ਾਨ ਬੜਾ ਸੀ ਉਸੇ ਦਿਨ ਦਾ। ਪਰਿਵਾਰ ਦੇ ਦੱਸਣ ਮੁਤਾਬਕ ਗੁਰਲਾਬ ਸਿੰਘ ਕੌਮੀ ਪੱਧਰ ਦਾ ਖਿਡਾਰੀ ਸੀ ਅਤੇ ਬੀਤੇ 15 ਦਿਨਾਂ ਤੋਂ ਦਿੱਲੀ 'ਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਹੋਇਆ ਸੀ, ਧਰਨੇ ਤੇ ਬੈਠਾ ਸੀ। ਪਰਿਵਾਰ ਨੇ ਦੱਸਿਆ ਕਿ ਗੁਰਲਾਬ ਸਿੰਘ ਪਰਸੋਂ ਦਿੱਲੀ ਤੋਂ ਪਰਤਿਆ ਅਤੇ ਅੱਜ ਉਸਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਦਾ ਕਹਿਣਾ ਕਿ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਗੁਰਲਾਬ ਉਦੋਂ ਜਿਉਂਦਾ ਸੀ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ, ਜਿਸ ਕਰਕੇ ਉਸਨੇ ਇਹ ਕਦਮ ਚੁੱਕ ਲਿਆ। ਇਹ ਵੀ ਪਤਾ ਲੱਗਿਆ ਕਿ ਕਿਸਾਨ ਗੁਰਲਾਬ ਸਿੰਘ ਦੇ ਪਰਿਵਾਰ ਤੇ ਲੱਖਾਂ ਰੁਪਏ ਦਾ ਕਰਜ਼ਾ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਸਥਾਨਕ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਸਪੁਰਦ ਕਰ ਦਿੱਤਾ ਸੀ ਅਤੇ ਇਸ ਮੰਦਭਾਗੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਬਹੁਤ ਸੋਗ ਦੀ ਲਹਿਰ ਦੌੜ ਗਈ ਹੈ ਤੇ ਅਸੀਂ ਵੀ ਗੁਰਲਾਬ ਦੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਨੌਜਵਾਨ ਕਿਸਾਨ ਅਤੇ ਅੰਤਰਰਾਸ਼ਟਰੀ ਖਿਡਾਰੀ ਦੀ
ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਹੁਣ ਕਰਜ਼ਾ ਕਿਵੇਂ ਤੰਗ ਕਰ ਰਿਹਾ ਕਿਸਾਨਾਂ ਨੂੰ, ਪੀੜ੍ਹੀ ਦਰ ਪੀੜ੍ਹੀ ਤੰਗ ਕਰ ਰਿਹਾ ਕਿਸਾਨਾਂ ਨੂੰ। ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਲਾਲਪੁਰੇ ਤੋਂ ਵੀ ਖਬਰ ਮੰਦਭਾਗੀ ਮਿਲੀ ਹੈ ਕਿ ਕਰਜ਼ੇ ਤੋਂ ਪਰੇਸ਼ਾਨ 31 ਵਰਿਆਂ ਦੇ ਕਿਸਾਨ ਇਕਬਾਲ ਸਿੰਘ ਨੇ ਘਰ ਦੀ ਛੱਤ ਦੇ ਗਾਡਰ ਦੇ ਨਾਲ ਫਾਹਾ ਲੈ ਲਿਆ, ਖੁਦਕੁਸ਼ੀ ਕਰ ਗਿਆ। ਦੱਸਿਆ ਜਾ ਰਿਹਾ ਕਿ ਮ੍ਰਿਤਕ ਦੇ ਸਿਰ ਬੈਂਕ ਦਾ 15 ਲੱਖ ਰੁਪਏ ਦਾ ਕਰਜ਼ ਸੀ, ਜਿਸ ਕਰਕੇ ਅਕਸਰ ਉਹ ਪਰੇਸ਼ਾਨੀ ਵਿੱਚ ਰਹਿੰਦਾ। ਇਹ ਕਰਜ਼ਾ ਉਸਦੇ ਪਿਤਾ ਕਾਬਲ ਸਿੰਘ ਵੱਲੋਂ ਲਿਆ ਗਿਆ ਸੀ ਅਤੇ 5 ਸਾਲ ਪਹਿਲਾਂ ਇਸ ਨੌਜਵਾਨ ਕਿਸਾਨ ਦੇ ਪਿਤਾ ਕਾਬਲ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਸੀ। ਹੁਣ ਮ੍ਰਿਤਕ ਕਿਸਾਨ ਆਪਣੇ ਪਿੱਛੇ ਆਪਣੀ ਬਿਰਧ ਮਾਂ 5 ਵਰਿਆਂ ਦੀ ਇੱਕ ਬਾਲੜੀ ਛੱਡ ਗਿਆ ਤੇ ਇਸ ਕਿਸਾਨ ਦੀ ਪਤਨੀ 5 ਸਾਲ ਪਹਿਲਾਂ, ਮਾਫ ਕਰਨਾ, ਪਿਛਲੇ ਸਾਲ ਉਹਦੀ ਇਸ ਕਿਸਾਨ ਦੀ ਘਰਵਾਲੀ ਦੀ ਵੀ ਮੌਤ ਹੋ ਗਈ ਸੀ। ਹੁਣ ਪਰਿਵਾਰ ਦੇ ਵਿੱਚ ਦੇਖੋ, ਇੱਕ ਇਸ ਨੌਜਵਾਨ ਕਿਸਾਨ ਦੀ ਧੀ ਤੇ ਇੱਕ ਬਿਰਧ ਮਾਂ ਰਹਿ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੈਂਕ ਵਾਲਿਆਂ ਵੱਲੋਂ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ, ਪਰੇਸ਼ਾਨ ਕੀਤਾ ਗਿਆ ਸੀ, ਪਿੰਡ ਦੇ ਸਾਹਮਣੇ ਬੇਇੱਜ਼ਤ ਕੀਤਾ ਜਾ ਰਿਹਾ ਸੀ, ਜਿਸ ਕਰਕੇ ਆਖਰਕਾਰ ਉਸਨੇ ਫਾਹਾ ਲੈ ਕੇ ਆਪਣੀ ਆਤਮ ਹੱਤਿਆ ਕਰ ਲਈ ਹੈ। ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਰਜ਼ ਮੁਆਫ ਕੀਤਾ ਜਾਵੇ, ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ ਤੇ ਦੂਸਰੇ ਪਾਸੇ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰ ਲਈ ਹੈ। ਹੁਣ ਤੁਸੀਂ ਦੇਖੋ ਕਿ ਇਹ ਕਿਸਾਨ ਦੇ ਸਿਰਫ 15 ਲੱਖ ਰੁਪਏ ਦਾ ਕਰਜ਼ ਹੈ, ਉਹਨੂੰ ਜਲੀਲ ਕੀਤਾ ਜਾ ਰਿਹਾ ਹੈ, ਪਿੰਡ ਦੇ ਸਾਹਮਣੇ ਬੇਇੱਜ਼ਤ ਕੀਤਾ ਜਾ ਰਿਹਾ ਹੈ। ਪਰ ਆਹ ਲੋਕ ਜਿਹੜੇ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰ ਕੇ ਫਸਟ ਕਲਾਸ ਦੇ ਵਿੱਚ ਫਲਾਈ ਕਰ ਜਾਂਦੇ ਆ, ਫਿਰ ਜਾ ਕੇ ਕੋਈ ਇੰਗਲੈਂਡ ਬਹਿ ਜਾਂਦਾ, ਕਿਸੇ ਕੋਈ ਹੋਰ ਮੁਲਕ 'ਚ ਬਹਿ ਜਾਂਦਾ, ਕਈ ਕਿਤੇ ਉਡਾਰੀ ਵੀ ਨਹੀਂ ਮਾਰਦੇ ਤੇ ਕਰਜ਼ਾ ਵੀ ਲੈਂਦੇ ਆ ਹਜ਼ਾਰਾਂ ਕਰੋੜਾਂ ਦਾ ਤੇ ਸਰਕਾਰ ਨੂੰ ਮੋੜਦੇ ਵੀ ਨਹੀਂ, ਤੇ ਬਾਅਦ ਦੇ ਵਿੱਚ ਸਰਕਾਰ ਉਹਨਾਂ ਨਾਲ ਸਮਝੌਤੇ ਵੀ ਕਰ ਲੈਂਦੀ ਹੈ। ਹੈਰਾਨੀ ਦੀ ਹੱਦ ਹੈ। ਉਹ ਕਿਸਾਨ ਤੁਹਾਡੀਆਂ ਅੱਖਾਂ ਦੇ ਵਿੱਚ ਕਿਉਂ ਚੁਭਦਾ ਹੈ? ਕਿਸਾਨ ਨੂੰ ਆਪਣੇ ਗਲ ਦੇ ਵਿੱਚ ਫਾਹੇ ਕਿਉਂ ਪਾਉਣੇ ਪੈ ਰਹੇ ਹੈ? ਹੁਣ ਉਹਨੂੰ ਵੀ ਪਤਾ ਸੀ ਕਿ ਬਾਪ ਜਿਹੜੇ ਰਸਤੇ ਤੁਰ ਗਿਆ, ਬਾਅਦ ਦੇ ਵਿੱਚ ਪਰਿਵਾਰ ਦਾ ਬਣਿਆ ਕੀ। ਹੁਣ ਜੇ ਮੈਂ ਤੁਰ ਗਿਆ ਤੇ ਪਿੱਛੇ ਬੁੱਢੀ ਮਾਂ ਤੇ ਮੇਰੀ ਬੱਚੀ ਦਾ ਬਣਨਾ ਕੀ ਹੈ? ਤੁਸੀਂ ਦੇਖੋ ਕਿ ਨੌਬਤ ਕਿੱਥੇ ਤੱਕ ਆ ਪਹੁੰਚੀ ਹੈ। ਤੁਸੀਂ ਦੇਖੋ, ਮੈਂ ਪਹਿਲਾਂ ਵੀ ਇੱਕ ਦਿਨ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮੈਂ ਕਿਸੇ ਸਰਕਾਰੀ ਨੌਕਰੀ ਕਰਨ ਵਾਲੇ ਦਾ ਵਿਰੋਧੀ ਨਹੀਂ, ਪਰ ਤੁਸੀਂ ਦੇਖੋ ਕਿ 10,000 ਕਮਾਉਣ ਵਾਲਾ 60, 70, 80, 90 ਹਜ਼ਾਰ ਰੁਪਏ ਨੂੰ ਢੁੱਕ ਗਿਆ। ਪਰ ਕਿਸਾਨ, ਉਹ ਦੇਖੋ ਕਿ ਕਿੰਨੇ ਪਰਸੈਂਟ ਉਹਦੀ ਫਸਲ ਦੇ ਵਿੱਚ ਜਿਣਸ ਦੇ ਵਿੱਚ ਵਾਧਾ ਹੋਇਆ। ਜਿਣਸ ਪੁੱਤਾਂ ਧੀਆਂ ਵਾਂਗ ਪਾਲ ਕੇ ਉਹਨੂੰ ਇਹ ਨਹੀਂ ਪਤਾ ਹੁੰਦਾ ਵਿਕਣੀ ਆ ਜਾਂ ਰੁਲਣੀ ਹੈ, ਇਹ ਨਹੀਂ ਪਤਾ ਹੁੰਦਾ ਕਿ ਕਿੰਨੇ ਰੁਪਏ ਕੁਇੰਟਲ ਵਿਕਣੀ ਹੈ, ਜਿਹਦੇ ਕਾਰਨ ਇਸ ਵਕਤ ਦਿੱਲੀ ਦੀਆਂ ਬਰੂਹਾਂ ਤੇ ਆਪਣਾ ਹੱਕ ਮੰਗਦਾ ਹੈ। ਤੇ ਹੁਣ ਇਸੇ ਦੌਰਾਨ ਅੰਦੋਲਨ ਦੇ ਵਿੱਚ ਤੁਹਾਨੂੰ ਪਤਾ ਕਿ ਲਗਭਗ 33 ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਇਸ ਪ੍ਰਦਰਸ਼ਨ ਦੇ ਦੌਰਾਨ। ਐਤਵਾਰ ਜਿਹੜਾ ਅੱਜ ਲੰਘਿਆ, 25ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਿਆ ਸੀ ਇਹ ਅੰਦੋਲਨ। ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਕਈ ਹੋਰਨਾਂ ਥਾਵਾਂ ਤੇ ਡਟੇ ਹੋਏ ਨੇ। ਦਿੱਲੀ ਦੇ ਵਿੱਚ ਧਰਨੇ ਪ੍ਰਦਰਸ਼ਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਅੱਜ ਸਮੁੱਚੇ ਭਾਰਤ ਦੇ ਵਿੱਚ ਸ਼ਰਧਾਂਜਲੀਆਂ ਵੱਖੋ-ਵੱਖ ਸਮਾਗਮ ਕਰਕੇ ਦਿੱਤੀਆਂ ਗਈਆਂ ਨੇ। ਆਲ ਇੰਡੀਆ ਕਿਸਾਨ ਸਭਾ ਨੇ ਦਾਅਵਾ ਕੀਤਾ ਹੈ ਕਿ 26 ਨਵੰਬਰ ਤੋਂ ਜਾਰੀ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ 33 ਕਿਸਾਨਾਂ ਦੀ ਮੌਤ ਕੁਝ ਹਾਦਸਿਆਂ ਕਾਰਨ, ਕੁਝ ਦੀ ਬਿਮਾਰੀ ਕਾਰਨ ਅਤੇ ਕੁਝ ਦੀ ਠੰਡ ਦੇ ਮੌਸਮ ਕਾਰਨ ਹੋਈ ਹੈ ਤੇ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਨੇ ਅਤੇ ਅੱਜ ਦਾ ਦਿਨ ਸ਼ਰਧਾਂਜਲੀ ਦਿਵਸ ਦੇ ਵੱਲੋਂ ਮਨਾਇਆ ਗਿਆ ਅਤੇ ਬਹੁਤ ਸਾਰੀਆਂ ਥਾਵਾਂ ਤੋਂ ਇਹ ਖਬਰਾਂ ਮਿਲ ਰਹੀਆਂ ਨੇ ਕਿ ਉਹਨਾਂ ਨੂੰ ਭਾਵਪੂਰਤ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਨੇ। ਹੁਣ ਬੀਤੇ ਦਿਨੀ ਸੁਪਰੀਮ ਕੋਰਟ ਨੇ ਸੁਝਾਅ ਦਿੱਤੇ ਇਸ ਦੇ ਨਾਲ ਇੱਕ ਗੱਲ ਚੁੱਭਦੀ ਸੀ, ਜਿਹੜੀ ਉਹ ਕਹਿੰਦੇ ਸੀ ਕਿ ਇਹਦਾ ਹੱਲ ਕਰ ਲਓ, ਇਹ ਕੌਮੀ ਮੁੱਦਾ ਨਾ ਬਣ ਜਾਏ। ਮਾਨਯੋਗ ਸੁਪਰੀਮ ਕੋਰਟ ਜੀ, ਇਹ ਕੌਮੀ ਨਹੀਂ, ਇਹ ਤਾਂ ਅੰਤਰਰਾਸ਼ਟਰੀ ਮੁੱਦਾ ਬਣਿਆ ਹੋਇਆ। ਕੱਲ ਸਰੀ ਵਿੱਚੋਂ ਵੀ ਖਬਰ ਮਿਲੀ ਹੈ ਤੇ ਇਸੇ ਤਰ੍ਹਾਂ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਦੇ ਵਿੱਚ ਪੈਂਦੇ ਨੇ, ਸਿਆਟਲ ਦੇ ਨੇੜੇ ਬੈਲੰਗਹੈਮ, ਉੱਥੋਂ ਵੀ ਖਬਰ ਮਿਲੀ ਹੈ ਕਿ ਵੱਡੀਆਂ ਰੋਸ ਰੈਲੀਆਂ ਤੇ ਕਿਸਾਨਾਂ ਦੇ ਹੱਕ ਵਿੱਚ ਰੈਲੀਆਂ ਹੋਈਆਂ ਨੇ। ਕੱਲ ਸਰੀ ਦੇ ਵਿੱਚ ਉੱਘੇ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਦੇ ਵੱਲੋਂ ਉਹਨਾਂ ਦੀ ਚਲਾਈ ਜਾ ਰਹੀ ਰੰਗਲਾ ਪੰਜਾਬ ਆਰਟਸ ਅਕੈਡਮੀ ਦੇ ਵੱਲੋਂ ਇੱਕ ਜ਼ਬਰਦਸਤ ਰੋਸ ਰੈਲੀ ਕੀਤੀ ਗਈ, ਕਿਸਾਨਾਂ ਦੇ ਹੱਕ ਵਿੱਚ ਰੈਲੀ ਕੀਤੀ ਗਈ। ਇਸ ਰੈਲੀ ਦੀ ਖੂਬਸੂਰਤੀ ਇਹ ਸੀ ਕਿ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਉਹਨਾਂ ਦੇ ਮਾਪੇ ਤੇ ਉਹਨਾਂ ਦੇ ਭੈਣ ਭਰਾਵਾਂ ਨੇ ਇਸ ਰੈਲੀ ਦੇ ਵਿੱਚ ਹਿੱਸਾ ਲਿਆ। ਮੂਸਲੇਧਾਰ ਮੀਂਹ ਪੈ ਰਿਹਾ ਸੀ, ਘੰਟਿਆਂ ਬੱਧੀ ਐਨ ਵਰਦੇ ਮੀਂਹ ਦੇ ਵਿੱਚ ਵੀ ਲੋਕ ਖੜੇ ਰਹੇ ਤੇ ਹੱਥਾਂ ਵਿੱਚ ਬੈਨਰ ਫੜੇ ਹੋਏ ਸੀ। ਭਾਰਤ ਸਰਕਾਰ ਕੋਲੋਂ ਲਗਾਤਾਰ ਮੰਗ ਕਰ ਰਹੇ ਸੀ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਮੰਨ ਕੇ ਕਾਨੂੰਨ ਰੱਦ ਕੀਤੇ ਜਾਣ।
ਇਸੇ ਤਰ੍ਹਾਂ ਕੈਨੇਡਾ ਦੀ ਸਰਹੱਦ ਦੇ ਨਾਲ ਅਮਰੀਕਾ ਦਾ ਵੱਡਾ ਸ਼ਹਿਰ ਹੈ ਬੈਲਿੰਗਹੈਮ। ਬੈਲਿੰਗਹੈਮ ਦੇ ਵਿੱਚ ਵੀ ਭਾਰਤੀ ਪੰਜਾਬੀ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਕਿਸਾਨਾਂ ਦੇ ਹੱਕ ਵਿੱਚ ਉਹਨਾਂ ਰੈਲੀ ਕੀਤੀ। ਇਸ ਰੈਲੀ ਦੇ ਵਿੱਚ ਭਾਰਤ ਸਰਕਾਰ ਮੁਰਦਾਬਾਦ, ਜੈ ਜਵਾਨ ਜੈ ਕਿਸਾਨ ਦੇ ਨਾਅਰੇ ਗੂੰਜਦੇ ਸੁਣਾਈ ਦਿੱਤੇ ਅਤੇ ਇਹਦੇ ਨਾਲ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਸੁਣਾਈ ਦਿੱਤੇ ਹੈ। ਉਧਰ ਉਹ ਸਵਿਟਜ਼ਰਲੈਂਡ ਦਾ ਸ਼ਹਿਰ ਹੈ ਬੈਰਨ, ਉੱਥੋਂ ਵੀ ਖਬਰ ਮਿਲੀ ਹੈ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਦੁਆਰਾ ਕਿਸਾਨਾਂ ਦੇ ਹੱਕ ਵਿੱਚ ਸਵਿਟਜ਼ਰਲੈਂਡ ਦੀ ਸੰਸਦ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਭਾਰਤ ਸਰਕਾਰ ਦੁਆਰਾ ਬਣਾਏ ਗਿਆ ਆ ਖੇਤੀਬਾੜੀ ਕਾਨੂੰਨਾਂ ਦੀ ਵਿਰੋਧ ਦੇ ਵਿੱਚ ਜ਼ਬਰਦਸਤ ਨਾਅਰੇਬਾਜ਼ੀ ਹੋਈ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗੇ। ਤੇ ਇਟਲੀ ਵਿੱਚੋਂ ਵੀ ਖਬਰ ਇਸੇ ਤਰ੍ਹਾਂ ਮਿਲ ਰਹੀ ਹੈ। ਹੁਣ ਵਿਦੇਸ਼ਾਂ ਦੇ ਵਿੱਚ ਜਿੰਨੇ ਭਾਰਤੀ ਲੋਕ ਵਸਦੇ ਆ ਉਹ ਇਕੱਠੇ ਹੋ ਕੇ ਦਿਨ ਪ੍ਰਤੀ ਦਿਨ ਕਾਰ ਰੈਲੀਆਂ ਕਰਦੇ ਆ, ਰੋਸ ਪ੍ਰਦਰਸ਼ਨ ਕਰਦੇ ਆ, ਖੇਤੀ ਕਾਨੂੰਨਾਂ ਦਾ ਡਟ ਕੇ ਵਿਰੋਧ ਕਰ ਰਹੇ ਆ। ਯੂਰਪੀ ਮੁਲਕ ਹੈ ਇਟਲੀ। ਇਟਲੀ ਦੇ ਵਿੱਚੋਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਖਬਰਾਂ ਮਿਲ ਰਹੀਆਂ ਨੇ ਕਿ ਵੱਖੋ-ਵੱਖ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਵੱਖੋ-ਵੱਖ ਢੰਗ ਤਰੀਕਿਆਂ ਦੇ ਨਾਲ ਰੋਸ ਰੈਲੀਆਂ ਹੋ ਰਹੀਆਂ ਨੇ ਅਤੇ ਨਾਅਰੇਬਾਜ਼ੀ ਸਰਕਾਰ ਦੇ ਖਿਲਾਫ ਹੋ ਰਹੀ ਹੈ ਤੇ ਰੋਸ ਪ੍ਰਦਰਸ਼ਨ ਲਗਾਤਾਰ ਵੱਡੇ ਹੁੰਦੇ ਜਾ ਰਹੇ ਆ। ਇਸੇ ਹੀ ਲੜੀ ਦੇ ਤਹਿਤ ਇਟਲੀ ਦੇ ਗੁਰਦੁਆਰਾ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰ ਦੀ, ਜਿਸ ਨੂੰ ਕ੍ਰੇਮੋਨਾ ਕਹਿੰਦੇ ਆ, ਅਤੇ ਸਮੂਹ ਇਲਾਕੇ ਦੀ ਸੰਗਤਾਂ ਵੱਲੋਂ ਕ੍ਰੇਮੋਨਾ ਸ਼ਹਿਰ ਦੇ ਵਿੱਚ ਇੱਕ ਵੱਡੀ ਰੋਸ ਰੈਲੀ ਕੀਤੀ ਗਈ, ਜਿਸ ਦੇ ਵਿੱਚ ਵੱਖੋ-ਵੱਖ ਹਿੱਸਿਆਂ ਤੋਂ ਆਈ ਸੰਗਤ ਨੇ ਹਿੱਸਾ ਲਿਆ, ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਵੱਲੋਂ ਬਣਾਏ ਗਏ ਤਿੰਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਇਆ। ਲੋਕਾਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸੀ ਤੇ ਇਹ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਨਾਅਰੇਬਾਜ਼ੀ ਹੋ ਰਹੀ ਸੀ ਅਤੇ ਭਾਰਤ ਸਰਕਾਰ ਵੱਲੋਂ ਇਹ ਕਾਨੂੰਨ ਇਹ ਕਹਿ ਕੇ ਪਾਸ ਕੀਤੇ ਗਏ ਆ ਕਿ ਇਹ ਕਿਸਾਨਾਂ ਦੇ ਕਾਨੂੰਨ ਨੇ ਤੇ ਸੁਧਾਰ ਕਾਨੂੰਨ ਨੇ, ਜਦੋਂ ਕਿ ਆਹ ਲੋਕ ਆਖ ਰਹੇ ਸੀ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਹਨਾਂ ਕਾਨੂੰਨਾਂ ਦੇ ਨਾਲ ਡੂੰਘੀ ਠੇਸ ਪਹੁੰਚਾਈ ਗਈ ਹੈ। ਇਸ ਕਰਕੇ ਅੱਜ ਪੰਜਾਬ ਅਤੇ ਭਾਰਤ ਦੇ ਬਾਕੀ ਸੂਬਿਆਂ ਦੇ ਕਿਸਾਨ ਦਿੱਲੀ ਡੇਰੇ ਲਈ ਬੈਠੇ ਆ। ਉਹਨਾਂ ਕਿਹਾ ਕਿ ਭਾਰਤ ਸਰਕਾਰ ਤੁਰੰਤ ਇਹਨਾਂ ਕਾਨੂੰਨਾਂ ਨੂੰ ਵਾਪਸ ਲਵੇ। ਇਹ ਕਾਨੂੰਨ ਕਿਸਾਨ ਅਤੇ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ ਤੇ ਜਿਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ। ਦੋਸਤੋ, ਜਿੱਥੇ ਇਹ ਕੁਝ ਖਬਰਾਂ ਨੇ ਉਹਦੇ ਨਾਲ ਪੋਜ਼ਿਟਿਵ ਥਾਟ ਤੇ ਨੋਟ ਤੇ ਪ੍ਰੋਗਰਾਮ ਛੱਡ ਕੇ ਜਾਈਏ। ਜਿੱਥੇ ਕੁਝ ਮੰਦਭਾਗੀਆਂ ਖਬਰਾਂ ਨੇ, ਸੰਘਰਸ਼ ਦੀ ਧਾਰ ਤਿੱਖੀ ਹੋ ਰਹੀ ਹੈ। ਮੋਗਾ ਦੇ ਇੱਕ ਨੌਜਵਾਨ ਦੀ ਕਹਾਣੀ ਹੈ। ਉਹਨੇ ਆਪਣੀ ਬਾਂਹ ਦੇ ਉੱਤੇ ਤੇ ਆਪਣੀ ਛਾਤੀ ਦੇ ਉੱਤੇ ਟੈਟੂ ਬਣਵਾਏ ਨੇ, ਆਈ ਲਵ ਕਿਸਾਨ। ਤੁਸੀਂ ਦੇਖੋ ਕਿ ਆਈ ਲਵ ਕਿਸਾਨੀ ਲਿਖਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤੇ ਉਧਰ ਦੂਸਰੇ ਪਾਸਿਓਂ ਅਬੋਹਰ ਦੇ ਨੇੜਿਓਂ ਖਬਰਾਂ ਮਿਲ ਰਹੀਆਂ ਨੇ, ਫਾਜ਼ਿਲਕਾ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਉੱਥੋਂ ਦੇ ਇੱਕ ਨੌਜਵਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਖੂਨ ਦੀ ਚਿੱਠੀ ਲਿਖੀ ਹੈ ਤੇ ਨਾਲ ਲਿਖਿਆ ਕਿ ਸਾਡੀ ਕਤਰਾ ਕਤਰਾ ਬੂੰਦ ਬੂੰਦ ਅਸੀਂ ਕੁਰਬਾਨ ਤਾਂ ਕਰ ਸਕਦੇ ਹਾਂ ਪਰ ਜ਼ਮੀਨ ਨਹੀਂ ਜਾਣ ਦੇਵਾਂਗੇ। ਸੋ ਦੋਸਤੋ, ਸੰਘਰਸ਼ ਬੜਾ ਤਿੱਖਾ ਹੋ ਚੁੱਕਿਆ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਪਰ ਅਮਿਤ ਸ਼ਾਹ ਨੇ ਜਾਂਦੇ ਜਾਂਦੇ ਖਬਰ ਤੁਹਾਡੇ ਨਾਲ ਸਾਂਝੀ ਕਰ ਲਵਾਂ, ਉਹਨਾਂ ਨੇ ਇਸ ਗੱਲ ਦੇ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਿਸਾਨ ਆਗੂਆਂ ਦੇ ਨਾਲ ਦੁਬਾਰਾ ਮੁਲਾਕਾਤ ਕਰਨਗੇ ਅਤੇ ਸਾਨੂੰ ਉਮੀਦ ਹੈ ਕਿ ਬੜੀ ਛੇਤੀ ਇਸ ਮਸਲੇ ਦਾ ਹੱਲ ਨਿਕਲ ਆਵੇਗਾ। ਪਰ ਦੂਸਰਾ ਪਾਸਾ ਇਸ ਖਬਰ ਦਾ ਇਹ ਵੀ ਹੈ ਕਿ ਕਿਸਾਨ ਆਗੂ ਕਹਿੰਦੇ ਯੈਸ ਜਾਂ ਨੋ, ਤੇ ਮੁਲਾਕਾਤ ਕਰਾਂਗੇ ਜਿਹੜਾ ਬੰਦਾ ਫੈਸਲਾ ਲੈ ਸਕਦਾ ਹੋਵੇ। ਪ੍ਰਧਾਨ ਮੰਤਰੀ ਸਾਡੇ ਨਾਲ ਆ ਕੇ ਗੱਲ ਕਰੇ ਜਾਂ ਪ੍ਰਧਾਨ ਮੰਤਰੀ ਕਿਸੇ ਉਸ ਬੰਦੇ ਨੂੰ ਭੇਜੇ, ਕਿਉਂਕਿ ਕਹਿੰਦੇ ਤੋਮਰ ਹੋਰਾਂ ਨਾਲ 5-6 ਮੀਟਿੰਗਾਂ ਕਰ ਲਈਆਂ, ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਹੁਣ ਜਿਹੜਾ ਬੰਦਾ ਸਾਨੂੰ ਆ ਕੇ ਕਹੇਗਾ ਕਿ ਕਾਨੂੰਨ ਰੱਦ ਕਰਨ ਵਾਸਤੇ ਅਸੀਂ ਤਿਆਰ ਹਾਂ ਤੇ ਫਿਰ ਗੱਲ ਕਰਾਂਗੇ, ਅਦਰਵਾਈਜ਼ ਗੱਲ ਨਹੀਂ ਹੋਣੀ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੁੰਦਾ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਜੇ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।